ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਵਿੱਚ ਪਾਵਰ ਸੈਕਟਰ ਦੇ ਉੱਤੇ ਜਾਰੀ ਕੀਤਾ ਗਿਆ ਵਾਈਟ ਪੇਪਰ। ਪੀਪੀਏ ਦੇ ਮੁੱਦੇ ਬਾਰੇ ਵਾਈਟ ਪੇਪਰ ਵਿੱਚ ਕੀਤੀ ਗਈ ਗੱਲ ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਕਮਲਜੀਤ ਸਿੱਧੂ। ਦੱਸਦੀ ਹੈ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਜੋ ਵਿਸ਼ੇਸ਼ ਇਜਲਾਸ 2 ਰੋਜ਼ਾ ਸੀਗਾ ਅੱਜ ਉਹ ਸਮਾਪਤ ਵੀ ਹੋ ਗਿਆ। ਪਰ ਇਸ ਮੌਕੇ ਸਰਕਾਰ ਦੀ ਇਹ ਮੀਟਿੰਗ ਦੇ ਵਿੱਚ ਜਿੱਥੇ ਕਾਫੀ ਬਿੱਲਾਂ ਦੇ ਉੱਤੇ ਗੱਲਬਾਤ ਕੀਤੀ ਗਈ ਆ, ਖੇਤੀ ਸੈਕਟਰ ਬਾਰੇ ਗੱਲ ਕੀਤੀ ਗਈ, ਬੀਐਸਐਫ ਦੇ ਮਸੌਦੇ ਬਾਰੇ ਗੱਲਬਾਤ ਕੀਤੀ ਗਈ ਆ। ਬੀਐਸਐਫ ਦਾ ਮੁੱਦਾ ਵੱਡਾ ਮੁੱਦਾ ਸੀ ਤਾਂ ਕੰਟਰੈਕਟ ਫਾਰਮਿੰਗ ਦੇ ਨਾਲ ਹੀ ਹੁਣ ਬਿਜਲੀ ਸੈਕਟਰ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਪਾਵਰ ਸੈਕਟਰ ਦੇ ਮੁੱਦਿਆਂ ਦੇ ਉੱਤੇ ਵਾਈਟ ਪੇਪਰ ਜਾਰੀ ਕੀਤਾ ਗਿਆ ਹੈ। ਪੀਪੀਏ ਦਾ ਰੌਲਾ ਪੈਂਦਾ ਹੈ, ਪੀਪੀਏ ਦੇ ਰੌਲੇ ਦੇ ਬਾਰੇ ਹੀ ਵਾਈਟ ਪੇਪਰ ਜਾਰੀ ਕੀਤਾ ਗਿਆ ਔਰ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਆ ਕਿਉਂਕਿ ਕਾਫੀ ਚਰਚਾ ਬਣੀ ਹੋਈ ਸੀ ਪਿਛਲੇ ਦਿਨੀ ਲਗਾਤਾਰ। ਜਿਵੇਂ ਪੀਪੀਏ ਦੇ ਬਾਰੇ ਸਮਝੌਤਿਆਂ ਦੀ ਗੱਲ ਆਈ ਸੀ ਤਾਂ ਹਾਈ ਕੋਰਟ ਦੇ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਇਸ ਦੇ ਵਿੱਚ ਜੋ ਨੇ ਇਹ ਪੀਪੀਏ ਜੋ ਆ ਇਸ ਨੂੰ ਰੱਦ ਕੀਤਾ ਜਾਵੇਗਾ ਜਾਂ ਨਹੀਂ। ਇਹ ਇੱਕ ਚਰਚਾ ਬਣੀ ਹੋਈ ਸੀ ਲੋਕਾਂ ਦੇ ਵਿੱਚ, ਇਹ ਧਾਰਨਾ ਬਣੀ ਹੋਈ ਆ ਪੰਜਾਬ ਸਰਕਾਰ ਦੇ ਬਾਰੇ ਵਿੱਚ ਕਿ ਮਹਿੰਗੀ ਬਿਜਲੀ ਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਜਿਸ ਤਰੀਕੇ ਨਾਲ ਬਿਜਲੀ ਖਰੀਦ ਕੇ ਦਿੱਤੀ ਜਾ ਰਹੀ ਹੈ, ਮਹਿੰਗੇ ਭਾਅ ਬਿਜਲੀ ਖਰੀਦੀ ਜਾ ਰਹੀ ਹੈ, ਜਿਸ ਕਰਕੇ ਵੱਡਾ ਆਰਥਿਕ ਬੋਝ ਜਿਹੜਾ ਸੀ ਪੰਜਾਬ ਦੀ ਜਨਤਾ ਦੇ ਉੱਤੇ ਪੈ ਰਿਹਾ ਸੀ। ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪਿਛਲੇ ਦਿਨੀ ਫੈਸਲਾ ਕਰਕੇ ਕਟੌਤੀ ਕੀਤੀ ਸੀ ਬਿਜਲੀ ਦੇ ਬਾਰੇ ਵਿੱਚ। ਔਰ ਪਾਵਰਕੌਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਾਵਰਕੌਮ ਦਾ ਜੋ ਆ ਕਰੋੜਾਂ ਦਾ ਜੋ ਲੈਣ ਦੇਣ ਹੈ ਉਹ ਪੰਜਾਬ ਸਰਕਾਰ ਵੱਲੋਂ ਹਾਲੇ ਖੜਾ ਹੈ। ਪਰ ਇਸ ਦੇ ਬਾਵਜੂਦ ਅੱਜ ਵਾਈਟ ਪੇਪਰ ਜਾਰੀ ਕੀਤਾ ਗਿਆ। ਜਰਾ ਨਜ਼ਰ ਮਾਰ ਲੈਂਦੇ ਹਾਂ ਵਾਈਟ ਪੇਪਰ ਦੇ ਵਿੱਚ ਆਖਰ ਕੀ ਕਹਿਣਾ ਆ। ਵਾਈਟ ਪੇਪਰ ਵਿੱਚ ਪਾਵਰ ਪਰਚੇਜ਼ ਐਗਰੀਮੈਂਟ ਦੇ ਬਾਰੇ ਵਿੱਚ ਗੱਲਬਾਤ ਕੀਤੀ ਗਈ ਆ ਕਿ ਜਿਸ ਦੀ ਲਾਗਤ ਦਾ ਫਿਕਸਡ ਚਾਰਜ ਦੇ ਨਾਲ ਊਰਜਾ ਦੇ ਜਿਹੜੇ ਖਰਚੇ ਨੇ ਉਹ ਜ਼ਿਆਦਾ ਨੇ। ਇਸ ਮੁੱਦੇ ਤੇ ਹੀ ਵਿਧਾਨ ਸਭਾ ਦੇ ਵਿੱਚ ਮਾਣਯੋਗ ਮੈਂਬਰਾਂ ਦੁਆਰਾ ਸਦਨ ਦੇ ਫਲੋਰ ਤੇ ਕਈ ਸਵਾਲ ਉਠਾਏ ਗਏ ਸਨ ਕਿ ਪੀਪੀਏ ਵਿੱਚ ਸ਼ਾਮਲ ਮੁੱਦਿਆਂ ਨੂੰ ਸਪਸ਼ਟ ਕਰਨ ਲਈ ਮਾਣਯੋਗ ਮੁੱਖ ਮੰਤਰੀ ਨੇ ਮਿਤੀ 17/1/2020 ਨੂੰ ਇੱਕ ਵਾਈਟ ਪੇਪਰ ਪੇਸ਼ ਕਰਨ ਦਾ ਭਰੋਸਾ ਦਿੱਤਾ। ਦੱਸ ਦਈਏ ਕਿ ਇਸ ਮੁੱਦੇ ਦੇ ਉੱਤੇ ਵਿਧਾਨ ਸਭਾ ਦੇ ਮਾਣਯੋਗ ਮੈਂਬਰਾਂ ਦੁਆਰਾ ਸਦਨ ਦੇ ਫਲੋਰ ਤੇ ਕਈ ਸਵਾਲ ਉਠਾਏ ਗਏ ਸਨ ਅੱਜ ਦੀ ਇਸ ਮੀਟਿੰਗ ਦੇ ਵਿੱਚ। ਤਾਂ ਇਸ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਹੀ ਵਾਈਟ ਪੇਪਰ ਪੇਸ਼ ਕਰਨ ਦਾ ਜਿਵੇਂ ਭਰੋਸਾ ਦਿੱਤਾ ਗਿਆ ਸੀਗਾ ਤੇ ਉਹ ਵਾਈਟ ਪੇਪਰ ਜੋ ਆ ਉਹ ਪੇਸ਼ ਕੀਤਾ ਗਿਆ ਆ ਜਿਸ ਦੇ ਵਿੱਚ ਪੀਪੀਏ ਤੇ ਦਸਤਖਤ ਕਰਨ ਅਤੇ ਅਜਿਹੀ ਧਾਰਨਾ ਬਣਾਉਣ ਦੇ ਸਿੱਟੇ ਵਜੋਂ ਜੁੜੇ ਮਹੱਤਵਪੂਰਨ ਮੁੱਦਿਆਂ ਦਾ ਸੰਖੇਪ ਵੇਰਵਾ ਪੇਸ਼ ਕੀਤਾ ਗਿਆ। ਜਿਸ ਦੇ ਵਿੱਚ ਪਹਿਲੀ ਜੋ ਗੱਲ ਸਾਹਮਣੇ ਆਈ ਉਹ ਇਹੀ ਹੈ ਕਿ ਨਿੱਜੀ ਸੈਕਟਰ ਵਿੱਚ ਬਿਜਲੀ ਦੀ ਵਾਧੂ ਸਮਰੱਥਾ ਦੀ ਲੋੜ ਦੀ ਗਣਨਾ ਕਰਨ ਦੇ ਸਮੇਂ ਮੰਗ ਦਾ ਵਾਧੂ ਅਨੁਮਾਨ ਹੈ। ਇਹਦੇ ਵਿੱਚ ਸਰਵੇਖਣ ਰਿਪੋਰਟ ਦੇ ਵਿੱਚ ਇਹ ਵੀ ਆਇਆ ਕਿ ਜਿਹੜੀ ਮੰਗ ਹੈ ਉਹ ਵਾਧੇ ਦੀ ਧਾਰਨਾ ਆ। ਇਸ ਨੂੰ ਲਾਗੂ ਕਰਦੇ ਹੋਏ 2011-12 ਵਿੱਚ ਪੀਕ ਪਾਵਰ ਡਿਮਾਂਡ 11,000 ਮੈਗਾਵਾਟ ਮੰਨੀ ਗਈ ਸੀ, ਜੋ ਕਿ ਸਾਲ 2015-16 ਦੀ ਅਗਰ ਗੱਲ ਕਰ ਲਈ ਜਾਵੇ ਤਾਂ ਐਕਸਟਰਾਪੋਲੇਟ ਕਰਕੇ 15,385 ਮੈਗਾਵਾਟ ਤੱਕ ਵਧਾ ਦਿੱਤੀ ਗਈ ਸੀ, ਜਦੋਂ ਕਿ 2015-16 ਵਿੱਚ ਅਸਲ ਪੀਕ ਮੰਗ ਸਿਰਫ 11,997 ਮੈਗਾਵਾਟ ਦੀ ਸੀਗੀ। ਤਾਂ ਕਾਫੀ ਇਹਦੇ ਵਿੱਚ ਚਰਚਾ ਕੀਤੀ ਗਈ ਆ ਵਾਈਟ ਪੇਪਰ ਦੇ ਵਿੱਚ ਕਿ ਆਖਰ ਕਿਸ ਤਰੀਕੇ ਇਸ ਮਸੌਦੇ ਦੇ ਉੱਪਰ ਜੋ ਆ ਹੁਣ ਬਿਜਲੀ ਮਹਿੰਗੀ ਮਿਲ ਰਹੀ ਆ। ਤਾਂ ਇਸ ਦੇ ਵਿੱਚ ਅਗਲੀ ਗੱਲ ਜੋ ਸਾਹਮਣੇ ਆਈ ਉਸ ਦੇ ਵਿੱਚ ਮੰਤਰੀ ਮੰਡਲ ਨੇ 2006 ਨੂੰ ਆਪਣੀ ਹੋਈ ਮੀਟਿੰਗ ਵਿੱਚ ਰਾਜ ਵਿੱਚ ਸੁਤੰਤਰ ਬਿਜਲੀ ਆਈਪੀਏ ਸਥਾਪਿਤ ਕਰਨ ਦਾ ਸਿਧਾਂਤਕ ਫੈਸਲਾ ਲਿਆ ਗਿਆ ਸੀ, ਪਰ ਉਸ ਦੀ ਜੋ ਆ ਹਾਲੇ ਤੱਕ ਕੋਈ ਕਾਰਵਾਈ ਸਰੰਜਾਮ ਨਹੀਂ ਦਿੱਤੀ ਗਈ। ਤਾਂ ਇਸ ਦੇ ਨਾਲ ਹੀ ਅਗਲੀ ਗੱਲ ਜੇ ਕਰ ਲਈ ਜਾਵੇ ਤਾਂ ਵਾਧੂ ਉਤਪਾਦਨ ਸਮਰੱਥਾ ਦੀ ਯੋਜਨਾਬੰਦੀ ਦਾ ਚਾਰਟ ਵੀ ਇਸ ਦੇ ਵਿੱਚ ਜਾਰੀ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਹੈ ਕਿ ਆਈਪੀਪੀ ਅਤੇ ਜਿਹੜੀ ਸਮਰੱਥਾ ਆ ਉਹ ਕਿਸ ਤਰੀਕੇ ਦੇ ਨਾਲ ਹੋਗੀ। ਉਹਦਾ ਪੂਰਾ ਜਿਹੜਾ ਆ ਇੱਕ ਕਰਮ ਦਿੱਤਾ ਗਿਆ ਆ ਜਿਸ ਦੇ ਵਿੱਚ ਐਲਪੀਐਲ, ਟੀਐਸਪੀਐਲ ਔਰ ਇੰਡੀਆ ਬੁਲਜ਼ ਤੋਂ ਇਲਾਵਾ ਜੀਵੀਕੇ ਤੇ ਲੈਂਡਕੋ ਇਫਰਾਟੈਕ ਸਮੇਤ ਜੋ ਆ ਇਹਨਾਂ ਸਾਰਿਆਂ ਦੀ ਕਿੰਨੀ ਮੈਗਾਵਾਟ ਸਮਰੱਥਾ ਦੀ ਯੋਜਨਾਬੰਦੀ ਕੀਤੀ ਗਈ ਸੀ, ਇਸ ਬਾਰੇ ਇਸ ਵਾਈਟ ਪੇਪਰ ਵਿੱਚ ਗੱਲਬਾਤ ਕੀਤੀ ਗਈ ਹੈ। ਇਸ ਤੋਂ ਬਾਅਦ ਬਿਜਲੀ ਖਰੀਦ ਦੀ ਯੋਜਨਾ ਪੀਕ ਪੈਡੀ ਗਰਮੀ ਸੀਜ਼ਨ ਲਈ ਆ ਉਸ ਦੇ ਬਾਰੇ ਚਰਚਾ ਕੀਤੀ ਗਈ ਆ। ਇਸ ਤੋਂ ਇਲਾਵਾ ਜਿਹੜੇ ਪੀਐਸਪੀਸੀਐਲ ਕਈ ਪਾਵਰ ਖਰੀਦ ਸਮਝੌਤਿਆਂ ਤੋਂ ਬਾਹਰ ਨਿਕਲਣ ਦਾ ਕੋਈ ਉਪਬੰਧ ਨਹੀਂ ਹੈ, ਇਸ ਦੇ ਬਾਰੇ ਇਸ ਵਿੱਚ ਚਰਚਾ ਕੀਤੀ ਗਈ ਹੈ। ਤਾਂ ਇਸ ਤੋਂ ਇਲਾਵਾ ਇਸ ਵਾਈਟ ਪੇਪਰ ਦੇ ਵਿੱਚ ਇਸ ਗੱਲ ਦੇ ਉੱਤੇ ਖਾਸ ਜ਼ੋਰ ਦਿੱਤਾ ਗਿਆ ਆ ਕਿ
ਕੋਲੇ ਦੀ ਉੱਚ ਜੀਸੀਬੀ ਨੂੰ ਮੰਨਣ ਦੇ ਕਾਰਨ ਲੈਵਲਾਈਜ਼ਡ ਟੈਰਿਫ ਜਿਹੜਾ ਆ ਘੱਟ ਆਇਆ, ਕਿਉਂਕਿ ਇੱਕ ਵੱਡਾ ਜੋ ਸਮੱਸਿਆ ਬਣੀ ਹੋਈ ਸੀ ਇਹ ਸੀ ਕਿ ਜਿੰਨੇ ਵੀ ਇੱਥੇ ਪਾਵਰ ਸਟੇਸ਼ਨ ਆ ਉਹ ਤਾਪ ਬਿਜਲੀ ਘਰ ਆ ਜਿੱਥੋਂ ਬਿਜਲੀ ਪੈਦਾ ਕੀਤੀ ਜਾਂਦੀ ਆ ਕੋਲੇ ਉੱਤੇ ਨਿਰਭਰ ਆ। ਜਦੋਂ ਕਿ ਅਗਰ ਡੈਮਾਂ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਡੈਮਾਂ ਦੀ ਜਿਹੜੀ ਬਿਜਲੀ ਹੈ ਉਹ ਵੀ ਪੰਜਾਬ ਨੂੰ ਮਹਿੰਗੇ ਭਾਅ ਮਿਲ ਰਹੀ ਆ। ਇਸ ਦਾ ਵੀ ਇੱਕ ਮੁੱਦਾ ਬਣਿਆ ਹੋਇਆ ਸੀਗਾ ਕਿ ਪੰਜਾਬ ਦੇ ਪਾਣੀਆਂ ਤੋਂ ਪੈਦਾ ਕੀਤੀ ਜਾ ਰਹੀ ਬਿਜਲੀ ਪੰਜਾਬ ਨੂੰ ਹੀ ਮਹਿੰਗੀਆਂ ਦਰਾਂ ਦੇ ਉੱਤੇ ਮਿਲ ਰਹੀ ਆ। ਤਾਂ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਉੱਚ ਲਾਗਤ ਵਾਲੇ ਸੂਰਜੀ ਅਤੇ ਹੋਰ ਨਵਿਆਉਣਯੋਗ ਊਰਜਾ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਹੋਈ ਆ ਕਿ ਜਿਸ ਤਰੀਕੇ ਨਾਲ ਸੂਰਜ ਪੈਨਲ ਦੀ ਅਗਰ ਗੱਲ ਕੀਤੀ ਜਾਵੇ, ਸੂਰਜੀ ਊਰਜਾ ਦੀ ਗੱਲ ਕੀਤੀ ਜਾਵੇ, ਇਸ ਤਰੀਕੇ ਦੇ ਸੋਰਸ ਵੀ ਲਿਆਂਦੇ ਜਾਣਗੇ ਬਿਜਲੀ ਦੇ ਮੁੱਦਿਆਂ ਵਿੱਚ। ਔਰ ਪਿਛਲੇ 7 ਸਾਲਾਂ ਦੇ ਦਰਮਿਆਨ ਸਮਰਪਣ ਕੀਤੀ ਪਾਵਰ ਦੇ ਵਿਰੁੱਧ ਜੋ ਆ ਕੀ ਸਥਿਤੀ ਹੈ ਉਸ ਦੇ ਉੱਤੇ ਕੀ ਲਾਗਤ ਉਹਦੀ ਆਉਂਦੀ ਰਹੀ ਆ, ਇਸ ਦੇ ਉੱਤੇ ਚਰਚਾ ਕੀਤੀ ਗਈ ਆ। ਔਰ ਸਮਰਪਣ ਕੀਤੀ ਪਾਵਰ ਦੇ ਵਿਰੁੱਧ ਅਦਾ ਕੀਤੀ ਸਥਿਰ ਲਾਗਤ ਕੀ ਆ, ਇਸ ਦੇ ਅੰਕੜੇ ਉਹਨਾਂ ਨੇ ਦਿੱਤੇ ਨੇ, ਕਰੋੜਾਂ ਦੇ ਵਿੱਚ ਇਹ ਲਾਗਤ ਬਣਦੀ ਹੈ। ਤਾਂ ਇਸ ਤੋਂ ਬਾਅਦ ਸਮਰਪਣ ਕੀਤੀ ਪਾਵਰ ਦੇ ਵਿਰੁੱਧ ਅਦਾ ਕੀਤੀ ਗਈ ਸਥਿਰ ਲਾਗਤ ਦੇ ਜੋ ਅੰਕੜੇ ਨੇ, ਜਿਸ ਦੇ ਵਿੱਚ IPPA ਯਾਨੀ ਕਿ NPL, TSPL ਅਤੇ GVK ਇਹ ਸ਼ਾਮਲ ਨੇ। ਤਾਂ ਇਹਨਾਂ ਦੇ ਬਾਰੇ ਗੱਲ ਕੀਤੀ ਗਈ ਆ ਕਿ ਆਖਰ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਸ ਦੇ ਉੱਪਰ ਹੁਣ ਤੱਕ ਬਿਜਲੀ ਦੀ ਖਰੀਦ ਕਿਸ ਤਰੀਕੇ ਹੁੰਦੀ ਰਹੀ ਆ, ਕਿਸ ਤਰੀਕੇ ਪ੍ਰੋਵਾਈਡ ਕਰਾਈ ਜਾਂਦੀ ਆ ਪੰਜਾਬ ਦੀ ਜਨਤਾ ਨੂੰ ਬਿਜਲੀ, ਇਹ ਗੱਲਾਂ ਕੀਤੀਆਂ ਗਈਆਂ ਨੇ। ਤਾਂ ਫਿਰ ਇਸ ਬਾਰੇ ਹੀ ਅੱਗੇ ਅਗਰ ਗੱਲ ਕਰ ਲਈ ਜਾਵੇ ਤਾਂ ਕਾਫੀ ਕੁਝ ਅਜਿਹਾ ਆ ਜੋ ਵਾਈਟ ਪੇਪਰ ਦੇ ਵਿੱਚ ਕਲੀਅਰ ਕੀਤਾ ਗਿਆ ਆ, ਕਿਉਂਕਿ ਲੋਕਾਂ ਦਾ ਜੋ ਭਰਮ ਸੀਗਾ ਇਸ ਮੁੱਦੇ ਉੱਤੇ ਹੀ ਬਣਿਆ ਸੀ ਕਿ ਵਾਈਟ ਪੇਪਰ ਤੋਂ ਪਹਿਲਾਂ ਭਰਮ ਸੀਗਾ ਕਿ ਲੋਕਾਂ ਨੂੰ ਜਿਹੜੀ ਬਿਜਲੀ ਮਿਲ ਰਹੀ ਹੈ ਉਸ ਬਿਜਲੀ ਦਾ ਇੱਕ ਵੱਡਾ ਕਾਰਨ ਮਹਿੰਗੇ ਰੂਪ ਦੇ ਵਿੱਚ ਜਿਸ ਤਰੀਕੇ ਨਾਲ ਕੰਟਰੈਕਟ ਕੀਤਾ ਗਿਆ, ਕਿਉਂਕਿ ਅਕਾਲੀ ਭਾਜਪਾ ਸਰਕਾਰ ਦੇ ਉੱਪਰ ਇਹ ਗੱਲ ਉੱਠ ਰਹੀ ਸੀ, ਸਵਾਲ ਉੱਠ ਰਿਹਾ ਸੀਗਾ, ਕਾਂਗਰਸ ਵੱਲੋਂ ਵਾਰ-ਵਾਰ ਸਵਾਲ ਉਠਾਇਆ ਜਾ ਰਿਹਾ ਸੀਗਾ ਕਿ ਜਿਹੜੇ ਬਿਜਲੀ ਸਮਝੌਤੇ ਕੀਤੇ ਗਏ ਨੇ ਸੁਖਬੀਰ ਬਾਦਲ ਹੋਰਾਂ ਵੱਲੋਂ ਕੀਤੇ ਗਏ ਨੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੀ ਗੱਲ ਕਰ ਲਈ ਜਾਵੇ ਤਾਂ ਉਸ ਵਕਤ ਇਸ ਗੱਲ ਦਾ ਰੌਲਾ ਪਿਆ ਸੀ ਕਿ ਬਿਜਲੀ ਸਮਝੌਤੇ ਰੱਦ ਕਰਾਂਗੇ। ਜਿਵੇਂ ਹੀ CM ਚਰਨਜੀਤ ਸਿੰਘ ਚੰਨੀ ਬਣਦੇ ਨੇ ਉਹਨਾਂ ਵੱਲੋਂ ਵੀ ਇਹ ਗੱਲ ਕੀਤੀ ਗਈ ਸੀ ਕਿ ਸਾਡੀ ਸਰਕਾਰ ਜਿਵੇਂ ਬਣੀ ਆ ਤਾਂ ਅਸੀਂ ਬਿਜਲੀ ਸਮਝੌਤੇ ਰੱਦ ਕਰਾਂਗੇ। ਕੋਸ਼ਿਸ਼ ਕੀਤੀ ਸੀ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ, ਪਰ ਪਹਿਲਾਂ ਹੀ ਜੋ ਰੈਗੂਲੇਟਰੀ ਕਮਿਸ਼ਨ ਆ ਉਹਨਾਂ ਦੇ ਵੱਲੋਂ ਇਹ ਗੱਲ ਕੀਤੀ ਗਈ ਆ ਕਿ ਕਾਨੂੰਨਨ ਤੌਰ ਦੇ ਉੱਤੇ ਜੋ ਬਿਜਲੀ ਸਮਝੌਤੇ 4 ਕੰਪਨੀਆਂ ਦੇ ਸੀਗੇ ਉਹਨਾਂ ਦੇ ਉੱਤੇ ਪਿਛਲੇ ਦਿਨੀ ਸਟੇ ਮਿਲ ਗਿਆ ਸੀਗਾ। ਤੇ ਫਿਰ ਇੱਥੇ ਇਸ ਗੱਲ ਨੂੰ ਅਗਰ ਕਰ ਲਿਆ ਜਾਵੇ ਤਾਂ ਇੱਥੇ ਇਹ ਯਕੀਨਨ ਜੋ ਸੀਗਾ ਗੱਲ ਜਾਰੀ ਕਰਨੀ ਪਈ ਆ, ਵਾਈਟ ਪੇਪਰ ਜਾਰੀ ਕਰਨਾ ਪਿਆ ਕਿ ਆਖਰ ਬਿਜਲੀ ਜਿਹੜੇ ਸਮਝੌਤੇ ਹੋਏ ਨੇ ਪਾਵਰ ਕੌਮ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਇਸ ਦੇ ਉੱਪਰ ਕਿਸ ਤਰੀਕੇ ਦੀਆਂ ਗਤੀਵਿਧੀਆਂ ਨੇ ਸਰਕਾਰ ਦੀਆਂ, ਇਸ ਨੂੰ ਲੈ ਕੇ ਹੀ ਪ੍ਰਤੱਖ ਇੱਕ ਜਿਹੜਾ ਰੋਡ ਮੈਪ ਵੀ ਬਣਾਇਆ ਗਿਆ। ਫਿਲਹਾਲ ਇਹ ਵਾਈਟ ਪੇਪਰ ਜਾਰੀ ਹੋਣ ਤੋਂ ਬਾਅਦ ਹੁਣ ਕਲੀਅਰ ਹੋ ਜਾਵੇਗਾ ਕਿ ਆਖਰ ਜਿਹੜਾ ਭਰਮ ਬਣਿਆ ਸੀ ਲੋਕਾਂ ਦਾ ਉਸ ਦੇ ਬਾਰੇ ਹੁਣ ਲੋਕ ਕੀ ਕਹਿਣਗੇ। ਅੰਤ ਵਿੱਚ ਵਾਈਟ ਪੇਪਰ ਦੀ ਗੱਲ ਕਰ ਲਈ ਜਾਵੇ ਤਾਂ ਇਸ ਦੇ ਵਿੱਚ ਵੱਡੀ ਗੱਲ ਇਹ ਕੀਤੀ ਗਈ ਹੈ ਕਿ ਰਾਜ ਵਿੱਚ ਬਿਜਲੀ ਖੇਤਰ ਦੀ ਮੌਜੂਦਾ ਸਥਿਤੀ ਪਾਵਰ ਕਾਰਪੋਰੇਸ਼ਨ ਅਤੇ IPP ਜਿਵੇਂ ਕਿ ਨਾਭਾ ਪਾਵਰ ਲਿਮਟਿਡ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਨਾਲ ਕੀਤੇ ਹੋਏ ਲੰਬੇ ਸਮੇਂ ਦੇ ਬਿਜਲੀ ਸਮਝੌਤਿਆਂ ਨੂੰ ਵਿਚਾਰਦੇ ਹੋਏ ਪੰਜਾਬ ਵਿੱਚ ਊਰਜਾ ਸੁਰੱਖਿਆ ਸੁਧਾਰਾਂ ਤੇ ਬਿਜਲੀ ਖੇਤਰ ਦੇ ਨਿਰੰਤਰ ਵਿਕਾਸ ਨੂੰ ਦਰੁਸਤ ਕਰਨ ਦੇ ਉਪਾਅ ਵੀ ਇਸ ਦੇ ਵਿੱਚ ਲਿਆਂਦੇ ਗਏ ਨੇ, ਜਿਸ ਦੇ ਵਿੱਚ ਇੱਕ ਬਿੱਲ ਪੰਜਾਬ ਐਨਰਜੀ ਸੁਰੱਖਿਆ ਸੁਧਾਰ ਸਮਾਪਤੀ ਅਤੇ ਮੁੜ ਨਿਰਧਾਰਨ ਪਾਵਰ ਟੈਰਿਫ ਬਿੱਲ 2021 ਲਿਆਂਦਾ ਜਾ ਰਿਹਾ ਹੈ। ਹੁਣ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਅੱਜ ਇਸ ਇਜਲਾਸ ਦੇ ਵਿੱਚ ਇੰਨੇ ਮਤੇ ਜਿਹੜੇ ਆ ਪਾਸ ਕੀਤੇ ਗਏ ਆ, ਕਈ ਮਤੇ ਇਸ ਤਰੀਕੇ ਦੇ ਪਾਸ ਕੀਤੇ ਗਏ ਆ, ਅਜਿਹੇ ਬਿੱਲ ਸੀਗੇ ਜਿਨ੍ਹਾਂ ਦੇ ਬਾਰੇ ਚਰਚਾ ਹੋ ਰਹੀ ਸੀ, ਤਾਂ ਬਿਜਲੀ ਦੇ ਬਾਰੇ ਵੀ ਇੱਕ ਗੱਲ ਸਭਨਾਂ ਨੂੰ ਰੜਕ ਰਹੀ ਸੀ ਕਿ ਆਖਰ ਬਿਜਲੀ ਦੇ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਕਲੀਅਰ ਹੋਣਾ ਚਾਹੀਦਾ। ਤਾਂ ਵਾਈਟ ਪੇਪਰ ਦੇ ਵਿੱਚ ਇਹ ਸਾਰਾ ਕੁਝ ਹੀ ਉਹਨਾਂ ਨੇ ਸਾਫ਼ ਕਰ ਦਿੱਤਾ ਆ। ਉਹ ਕਿਸ ਤਰੀਕੇ ਦਾ ਰੋਡ ਮੈਪ ਬਣਾਇਆ ਗਿਆ ਆ ਉਹ ਇਸ ਵਾਈਟ ਪੇਪਰ ਦੇ ਵਿੱਚ ਦੱਸ ਦਿੱਤਾ ਗਿਆ ਆ। ਸੋ ਇਸ ਤਰੀਕੇ ਦੀ ਜਾਣਕਾਰੀ ਲਈ ਲਗਾਤਾਰ ਜੁੜੇ ਰਹੋ ਔਨ 에ਅਰ ਦੇ ਨਾਲ।